ਖਾਲਸਾ ਜੀ ਲਗਾਤਾਰ ਹੀ ਜਿਹੜਾ ਵਿਵਾਦ ਇਹ ਵਧਦਾ ਜਾ ਰਿਹਾ, ਕੀ ਸਮਝਦੇ ਹੋ ਕੀ ਕਾਰਨ ਕੀ ਹੈ ਔਰ ਜਿਹੜਾ ਕਿਉਂ ਨਹੀਂ ਸ਼੍ਰੋਮਣੀ ਕਮੇਟੀ ਜਿਹੜਾ ਇਹਦਾ ਹਿਸਾਬ ਦੇ ਪਾ ਰਹੀ? ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ, ਸਰੂਪ 328 ਜਿਹੜੇ ਗਾਇਬ ਹੋਏ ਤੇ ਉਹਦਾ ਕੋਈ ਜਵਾਬ ਨਹੀਂ। ਅਗਰ ਜੇ ਕੋਈ ਸੰਸਥਾ, ਕੋਈ ਸਿੰਘ ਜਾਂ ਕੋਈ ਸਿੱਖ ਜਿਹੜਾ ਜਵਾਬ ਲੈਣ ਜਾਂਦਾ ਸ਼੍ਰੋਮਣੀ ਕਮੇਟੀ ਦੇ ਕੋਲੋਂ ਤਾਂ ਉਹਨਾਂ ਦੇ ਉੱਤੇ ਡਾਂਗਾਂ ਵਰਾਈਆਂ ਜਾਂਦੀਆਂ। ਅਗਰ ਤੁਸੀਂ ਸੱਚੇ ਜੇ, ਅਗਰ ਤੁਹਾਨੂੰ ਪਤਾ ਸਰੂਪ ਕਿੱਥੇ ਆ, ਕਿਹਨੇ ਦਿੱਤੇ, ਕਿਹਦੇ ਕਹਿਣ ਤੇ ਦਿੱਤੇ, ਕਿ ਚਾਹੇ ਉਹ ਮੁਲਾਜ਼ਮ ਦੋਸ਼ੀ ਆ, ਚਾਹੇ ਐਗਜ਼ੈਕਟਿਵ ਦੋਸ਼ੀ ਆ, ਚਾਹੇ ਕੋਈ ਅਕਾਲੀ ਲੀਡਰ ਦੋਸ਼ੀ ਆ, ਜਿਹਦੇ ਵੀ ਕਹਿਣ ਤੇ ਜਿੰਨੇ ਵੀ ਦਿੱਤੇ, ਜਿੱਥੇ ਵੀ ਗਏ, ਤੁਸੀਂ ਜਨਤਕ ਕਿਉਂ ਨਹੀਂ ਕਰਦੇ? ਹੱਥ ਲਿਖਤ ਪੋਥੀਆਂ ਜਿਹੜੀਆਂ ਬਲੂ ਸਟਾਰ ਵੇਲੇ ਜਿਹੜੀਆਂ ਇੱਥੋਂ ਲੈ ਕੇ ਗਈ ਸੀ ਗੌਰਮੈਂਟ, ਔਰ ਉਸ ਦਾ ਕੇਸ ਜਿਹੜਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ 2008 ਦਾ, ਔਰ ਕੋਰਟ ਕੀ ਕਹਿ ਰਹੀ ਹੈ ਸ਼੍ਰੋਮਣੀ ਕਮੇਟੀ ਨੂੰ ਕਿ ਤੁਹਾਡਾ ਕੀ ਕੁਝ ਗਵਾਚਿਆ, ਕੀ ਕੁਝ ਤੁਹਾਡੇ ਤੋਂ ਵਾਪਸ ਆ ਗਿਆ ਤੇ ਕੀ ਕੁਝ ਤੁਹਾਡਾ ਜੇ ਵਾਪਸ ਲੈਣ ਵਾਲਾ ਪਿਆ, ਇਹਦੀ ਲਿਸਟ ਦਿਓ। 2008 ਤੋਂ ਲੈ ਕੇ ਅਜੇ ਤੱਕ ਇਹਨਾਂ ਕੋਲੋਂ ਲਿਸਟ ਜਿਹੜੀ ਆ ਉਹ ਨਹੀਂ ਦਿੱਤੀ ਗਈ। ਜਿਹੜੀ ਡਿਫੈਂਸ ਆ, ਹੋਮ ਮਿਨਿਸਟਰੀ ਆ, ਉਹ ਇਹ ਗੱਲ ਕਹਿ ਰਹੀ ਆ ਕਿ ਅਸੀਂ ਤੁਹਾਡੇ ਹੱਥ ਲਿਖਤ ਹੁਕਮਨਾਮੇ, ਪੁਰਾਤਨ ਸਰੂਪ, ਹੱਥ ਲਿਖਤ ਪੋਥੀਆਂ ਜਿਹੜੀਆਂ ਆ ਉਹ ਵਾਪਸ ਕਰ ਚੁੱਕੇ ਆ। ਉਹ ਰਸੀਦਾਂ, ਉਹ ਸਲਿੱਪਾਂ, ਰਿਸੀਵਿੰਗ ਸਲਿੱਪਾਂ ਜਿਹੜੀਆਂ 77 ਸੀ ਉਸ ਟਾਈਮ, ਉਹਨਾਂ ਦੇ ਸਾਈਨਾਂ ਵਾਲੀਆਂ ਮੌਜੂਦ ਆ। ਇਹ ਜਵਾਬ ਦੇਵੇ ਸ਼੍ਰੋਮਣੀ ਕਮੇਟੀ ਕਿ ਉਹ ਪੁਰਾਤਨ ਸਰੂਪ ਹੁਣ ਕਿੱਥੇ ਆ। 328 ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਕਹਿੰਦੀ ਸੀ ਕਿ ਅਸੀਂ ਪੁਲਿਸ ਕੋਲ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ, ਲੇਕਿਨ ਡਾਂਗ ਛੋਟਾ ਚੱਲਦਾ ਤੇ ਉੱਥੇ ਪੁਲਿਸ ਕੋਲ ਬੁਲਾ ਲਿੱਤਾ ਜਾਂਦਾ। ਕਿਆ ਲੱਗਦਾ ਨਹੀਂ ਦੋਹਰਾ ਚਿਹਰਾ ਸਾਹਮਣੇ ਆ ਰਿਹਾ ਇਹਨਾਂ ਦਾ? ਕੀ ਐਸਜੀਪੀਸੀ ਨੇ ਅਜੇ ਤੱਕ ਕਿਸੇ ਵੀ ਮੁਲਾਜ਼ਮ ਦੇ ਉੱਤੇ ਕੋਈ ਪਰਚਾ ਦਰਜ ਨਹੀਂ ਕਰਾਇਆ? ਅਨੇਕਾਂ ਬੰਦਿਆਂ ਦੇ ਉੱਤੇ ਕਾਰਵਾਈਆਂ ਹੋਈਆਂ, ਅਨੇਕਾਂ ਬੰਦਿਆਂ ਦੇ ਉੱਤੇ ਪਰਚੇ ਦਰਜ ਹੋਏ ਆ। ਜਦੋਂ ਸੂਈ ਆਪਣੇ ਘਰ ਵੱਲ ਜਾਂਦੀ ਆ, ਜਦੋਂ ਸੂਈ ਅਕਾਲੀ ਲੀਡਰਾਂ ਦੇ ਘਰ ਵੱਲ ਜਾਂਦੀ ਆ, ਜਦੋਂ ਸੂਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਐਗਜ਼ੈਕਟਿਵ ਜਾਂ ਮੈਂਬਰਾਂ ਵੱਲ ਜਾਂਦੀ ਆ, ਤਾਂ ਉਦੋਂ ਫਿਰ ਆਪਣੇ ਪੈਰਾਂ ਨੂੰ ਸੇਕ ਲੱਗਦਾ। ਕਿਤੇ ਵੀ ਜਨਤਕ ਤੌਰ ਤੇ ਅਕਾਲੀ ਦਲ ਦੇ ਲੀਡਰ ਜਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ, ਇਹਨਾਂ ਨੂੰ ਸਟੇਜ ਤੇ ਬੋਲਣ ਨਾ ਦਿੱਤਾ ਜਾਵੇ, ਇਹਨਾਂ ਨੂੰ ਜਵਾਬ ਪੁੱਛਿਆ ਜਾਵੇ। ਜੇ ਅਗਰ ਪੱਗ ਦੀ ਗੱਲ ਕੀਤੀ ਜਾਵੇ ਤੇ ਚਾਹੇ ਵਿਦੇਸ਼ ਉਛਲਦੀ ਹੈ ਤੇ ਚਾਹੇ ਪੰਜਾਬ 'ਚ ਉਛਲਦੀ ਹੈ, ਤੇ ਸਭ ਤੋਂ ਪਹਿਲਾਂ ਜਥੇਦਾਰ ਦਾ ਹੋਣਾ ਦਾ ਬਿਆਨ ਸਾਹਮਣੇ ਆਉਂਦਾ ਹੈ ਔਰ ਕਿਹਾ ਜਾਂਦਾ ਕਿ ਕਾਰਵਾਈ ਕੀਤੀ ਜਾਵੇ। ਕਿਆ ਲੱਗਦਾ ਹੈ ਕਿ ਮੂਡ ਦਰਸ਼ਕ ਬਣ ਕੇ ਸਿਰਫ ਉਹ ਦੇਖਿਆ ਜਾ ਰਿਹਾ ਸਾਰਾ ਕੁਝ, ਔਰ ਭਰਾ ਮਾਰੂ ਜੰਗ ਦੇ ਵਿੱਚ ਕੋਈ ਵੀ ਜਿਹੜਾ ਸਾਥ ਆ ਉਹ ਨਹੀਂ ਦਿੱਤਾ ਜਾ ਰਿਹਾ? 24 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਅਤੇ ਸਿੱਖ ਜਥੇਬੰਦੀਆਂ ਵਿੱਚ ਹੋਏ ਟਕਰਾਵ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਖਤ ਹਦਾਇਤ ਦਿੱਤੀ ਗਈ ਸੀ ਕਿ ਕਿਸੇ ਵਿਅਕਤੀ ਨੂੰ ਉੱਥੇ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਜਾਵੇਗਾ। ਜੇ ਅਗਰ ਗੱਲ ਕੀਤੀ ਜਾਵੇ ਤੇ ਬੀਤੀ ਦਿਨੀ ਅੰਮ੍ਰਿਤਸਰ ਦੇ ਵਿੱਚ ਭਾਈ ਰਣਜੀਤ ਸਿੰਘ ਹੋਣਾ ਵੱਲੋਂ ਜਿਹੜਾ ਇੱਕ ਪ੍ਰੈਸ ਵਾਰਤਾ ਕੀਤੀ ਗਈ, ਜਿਸ ਵਿੱਚ ਕਿਹਾ ਗਿਆ ਕਿ ਉਹਨਾਂ ਵੱਲੋਂ 7 ਤਰੀਕ ਨੂੰ ਘੰਟਾ ਘਰ ਚੌਂਕ ਦੇ ਵਿੱਚ ਬੈਠ ਕੇ ਇਸ ਦਾ ਹਿਸਾਬ ਦੁਬਾਰਾ ਤੋਂ ਮੰਗਿਆ ਜਾਵੇਗਾ। ਇਸ ਮੌਕੇ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਜਗਜੋਤ ਸਿੰਘ ਖਾਲਸਾ ਜੀ। ਖਾਲਸਾ ਜੀ ਲਗਾਤਾਰ ਹੀ ਜਿਹੜਾ ਵਿਵਾਦ ਇਹ ਵਧਦਾ ਜਾ ਰਿਹਾ, ਕੀ ਸਮਝਦੇ ਹੋ ਕੀ ਕਾਰਨ ਕੀ ਹੈ ਔਰ ਜਿਹੜਾ ਕਿਉਂ ਨਹੀਂ ਸ਼੍ਰੋਮਣੀ ਕਮੇਟੀ ਜਿਹੜਾ ਇਹਦਾ ਹਿਸਾਬ ਦੇ ਪਾ ਰਹੀ? ਦੇਖੋ, ਬੜਾ ਹੀ ਦੁਖੀ ਮਨ ਦੇ ਨਾਲ ਤੇ ਅਫਸੋਸਜਨਕ ਇਹ ਗੱਲ ਹੈ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਦਾ ਮੁੱਖ ਕਾਰਜ ਹੈਗਾ ਗੁਰਦੁਆਰਾ ਸਾਂਭ ਸੰਭਾਲ ਕਰਨੀ ਔਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰ ਤੇ ਪ੍ਰਸਾਰ ਕਰਨਾ, ਉਹਦੇ ਆਈਡੀਓਲੋਜੀ ਦਾ, ਉਹਦੇ ਸਿਧਾਂਤ ਦਾ, ਪਰ ਇੰਨੇ ਕੁ ਦੁੱਖ ਨਾਲ ਕਹਿਣਾ ਪੈਂਦਾ ਕਿ ਉਸੇ ਹੀ ਸੰਸਥਾ ਦੇ ਅਧੀਨ, ਉਹਦੇ ਸਿਸਟਮ ਦੇ ਅਧੀਨ ਜਿਹੜਾ ਆ, ਮਤਲਬ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ, ਸਰੂਪ 328 ਜਿਹੜੇ ਗਾਇਬ ਹੋਏ ਤੇ ਉਹਦਾ ਕੋਈ ਜਵਾਬ ਨਹੀਂ। ਅਗਰ ਜੇ ਕੋਈ ਸੰਸਥਾ, ਕੋਈ ਸਿੰਘ ਜਾਂ ਕੋਈ ਸਿੱਖ ਜਿਹੜਾ ਜਵਾਬ ਲੈਣ ਜਾਂਦਾ ਸ਼੍ਰੋਮਣੀ ਕਮੇਟੀ ਦੇ ਕੋਲੋਂ ਤਾਂ ਉਹਨਾਂ ਦੇ ਉੱਤੇ ਡਾਂਗਾਂ ਵਰਾਈਆਂ ਜਾਂਦੀਆਂ, ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਜਾਂਦਾ। ਸੋ ਸਾਡਾ ਇਹੀ ਸਵਾਲ ਆ, ਅਗਰ ਤੁਸੀਂ ਸੱਚੇ ਜੇ, ਅਗਰ ਤੁਹਾਨੂੰ ਪਤਾ ਸਰੂਪ ਕਿੱਥੇ ਆ, ਕਿਹਨੇ ਦਿੱਤੇ, ਕਿਹਦੇ ਕਹਿਣ ਤੇ ਦਿੱਤੇ, ਕਿ ਚਾਹੇ ਉਹ ਮੁਲਾਜ਼ਮ ਦੋਸ਼ੀ ਆ, ਚਾਹੇ ਐਗਜ਼ੈਕਟਿਵ ਦੋਸ਼ੀ ਆ, ਚਾਹੇ ਕੋਈ ਅਕਾਲੀ ਲੀਡਰ ਦੋਸ਼ੀ ਆ, ਜਿਹਦੇ ਵੀ ਕਹਿਣ ਤੇ ਜਿੰਨੇ ਵੀ ਦਿੱਤੇ, ਜਿੱਥੇ ਵੀ ਗਏ, ਤੁਸੀਂ ਜਨਤਕ ਕਿਉਂ ਨਹੀਂ ਕਰਦੇ? ਕਿਉਂਕਿ ਇਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ, ਇਹ ਕਿਸੇ ਪਾਰਟੀ ਦੀ ਗੱਲ ਨਹੀਂ, ਇਹ ਕਿਸੇ ਇਕੱਲੀ ਸ਼੍ਰੋਮਣੀ ਕਮੇਟੀ ਦੀ ਗੱਲ ਨਹੀਂ, ਇਹ ਹਰ ਇੱਕ ਛੋਟੇ ਤੇ ਵੱਡੇ ਸਿੱਖ ਦੀਆਂ ਭਾਵਨਾਵਾਂ ਆ। ਇੱਕ ਗਰੀਬ ਸਿੱਖ ਦੀ ਵੀ ਇਹ ਭਾਵਨਾ ਆ ਕਿ ਉਹਦੇ ਵਾਸਤੇ ਉਹਦਾ ਇਸ਼ਟ ਆ, ਉਹਦਾ ਗੁਰੂ ਆ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੋ ਇਸੇ ਹੀ ਮਸਲੇ ਦੇ ਵਿੱਚ 7 ਤਰੀਕ ਨੂੰ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਆ, ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹਨਾਂ ਵੱਲੋਂ ਘੰਟਾ ਘਰ ਦੇ ਵਿੱਚ ਜਿਹੜਾ 11 ਵਜੇ ਧਰਨਾ ਦਿੱਤਾ ਜਾਊਗਾ, ਜਵਾਬ ਮੰਗਿਆ ਜਾਊਗਾ। ਕੱਲੇ 328 ਸਰੂਪ ਨਹੀਂ, ਪੁਰਾਤਨ ਸਰੂਪ
ਹੁਕਮਨਾਮੇ ਹੱਥ ਲਿਖਤ ਪੋਥੀਆਂ ਜਿਹੜੀਆਂ ਬਲੂ ਸਟਾਰ ਵੇਲੇ ਜਿਹੜੀਆਂ ਇੱਥੋਂ ਲੈ ਕੇ ਗਈ ਸੀ ਗੌਰਮੈਂਟ, ਔਰ ਉਸ ਦਾ ਕੇਸ ਜਿਹੜਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ 2008 ਦਾ, ਔਰ ਕੋਰਟ ਕੀ ਕਹਿ ਰਹੀ ਹੈ ਸ਼੍ਰੋਮਣੀ ਕਮੇਟੀ ਨੂੰ ਕਿ ਤੁਹਾਡਾ ਕੀ ਕੁਝ ਗਵਾਚਿਆ, ਕੀ ਕੁਝ ਤੁਹਾਡੇ ਤੋਂ ਵਾਪਸ ਆ ਗਿਆ ਤੇ ਕੀ ਕੁਝ ਤੁਹਾਡਾ ਅਜੇ ਵਾਪਸ ਲੈਣ ਵਾਲਾ ਪਿਆ, ਇਹਦੀ ਲਿਸਟ ਦਿਓ। 2008 ਤੋਂ ਲੈ ਕੇ ਅਜੇ ਤੱਕ ਇਹਨਾਂ ਕੋਲੋਂ ਲਿਸਟ ਜਿਹੜੀ ਆ ਉਹ ਨਹੀਂ ਦਿੱਤੀ ਗਈ। ਕਮੇਟੀ ਤੇ ਕਮੇਟੀ ਬਿਠਾਈ ਜਾ ਰਹੀ ਆ, ਪਰ ਲਿਸਟ ਅਜੇ ਤੱਕ ਨਹੀਂ ਦਿੱਤੀ ਗਈ। ਔਰ ਜਿਹੜੀ ਡਿਫੈਂਸ ਆ, ਹੋਮ ਮਿਨਿਸਟਰੀ ਆ, ਉਹ ਇਹ ਗੱਲ ਕਹਿ ਰਹੀ ਆ ਕਿ ਅਸੀਂ ਤੁਹਾਡੇ ਹੱਥ ਲਿਖਤ ਹੁਕਮਨਾਮੇ, ਪੁਰਾਤਨ ਸਰੂਪ, ਹੱਥ ਲਿਖਤ ਪੋਥੀਆਂ ਜਿਹੜੀਆਂ ਆ ਉਹ ਵਾਪਸ ਕਰ ਚੁੱਕੇ ਆ। ਉਹ ਰਸੀਦਾਂ, ਉਹ ਸਲਿੱਪਾਂ, ਰਿਸੀਵਿੰਗ ਸਲਿੱਪਾਂ ਜਿਹੜੀਆਂ 77 ਸੀ ਉਸ ਟਾਈਮ, ਉਹਨਾਂ ਦੇ ਸਾਈਨਾਂ ਵਾਲੀਆਂ ਮੌਜੂਦ ਆ। ਇਹ ਜਵਾਬ ਦੇਵੇ ਸ਼੍ਰੋਮਣੀ ਕਮੇਟੀ ਕਿ ਉਹ ਪੁਰਾਤਨ ਸਰੂਪ ਹੁਣ ਕਿੱਥੇ ਆ, ਉਹ ਹੁਕਮਨਾਮੇ ਕਿੱਥੇ ਨੇ, ਉਹ ਹੱਥ ਲਿਖਤ ਪੋਥੀਆਂ ਪੁਰਾਤਨ ਕਿੱਥੇ ਨੇ, ਕਿੰਨੇ ਵੇਚੀਆਂ, ਜੇ ਉਹ ਹੈਗੀਆਂ ਤੇ ਕਿੱਥੇ ਆ, ਜੇ ਦਿੱਤੀਆਂ ਤੇ ਕਿਹਦੇ ਕਹਿੰਦੇ ਦਿੱਤੀਆਂ। ਇਹ ਜਵਾਬ ਉਸ ਦਿਨ ਲੈਣ ਵਾਸਤੇ ਜਿਹੜੇ ਆ ਸੰਗਤਾਂ ਵੱਡੀ ਗਿਣਤੀ 'ਚ ਪਹੁੰਚਣਗੀਆਂ। ਕਿਉਂਕਿ ਜਿਹੜੇ ਉਹ ਪੁਰਾਤਨ ਸਰੂਪ ਆ, ਹੁਣ ਕਿਤੇ ਨਾ ਕਿਤੇ ਸਰੂਪਾਂ ਦੀ ਛਪਾਈ ਦੇ ਵਿੱਚ ਕਿਸੇ ਵੇਲੇ ਸ਼ਬਦ ਦੇ ਵਿੱਚ ਵਾਧ ਘਾਟ ਹੋ ਰਹੀ ਆ। ਜੇ ਸਿੱਖ ਸੰਗਤਾਂ ਨੇ, ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੇ ਕੋਈ ਸੇਧ ਲੈਣੀ ਆ, ਕੋਈ ਸ਼ਬਦ ਦੇ ਵਿੱਚ ਜੇ ਕੋਈ ਗਲਤੀ ਆ ਰਹੀ ਆ, ਕਿਤੇ ਕੁਝ ਗਲਤ ਆ ਰਿਹਾ, ਤਾਂ ਉਹਨੂੰ ਸੋਧ ਕਰਨ ਵਾਸਤੇ ਆਪਾਂ ਸੇਧ ਕਿੱਥੋਂ ਲੈ ਸਕਦੇ ਹਾਂ? ਪੁਰਾਤਨ ਸਰੂਪ, ਹੱਥ ਲਿਖਤ ਗੁਰੂ ਸਾਹਿਬ ਦੇ ਵੇਲੇ ਦੇ ਜਿਹੜੇ ਪੁਰਾਤਨ ਸਰੂਪ ਆ, ਅਸੀਂ ਉਹ ਤੋਂ ਹੀ ਉਹਦੀ ਸਦਾਈ ਕਰ ਸਕਦੇ ਹਾਂ। ਜੇ ਅੱਜ ਉਹ ਸਰੂਪ ਸਾਡੇ ਕੋਲ ਨਾ ਹੋਏ ਤਾਂ ਸਾਡੇ ਕੋਲ ਸਦਾਈ ਨਹੀਂ ਹੋਣੀ। ਸੋ ਸਾਡੇ ਵਾਸਤੇ ਬਹੁਤ ਵੱਡਾ ਸਰਮਾਇਆ ਆ ਉਹ ਸਾਡਾ ਗੁਰੂ ਸਾਹਿਬ ਦੇ, ਜਿਨ੍ਹਾਂ ਦੇ ਉੱਪਰ ਸਿਆਹੀ ਦੇ ਨਾਲ ਜਿਹੜੀ ਆ ਉਹ ਸਾਈਨ ਕੀਤੇ ਗਏ ਆ, ਉਹ ਸਰੂਪ ਕਿੱਥੇ ਨੇ? ਉਹਦਾ ਜਵਾਬ ਲੈਣ ਵਾਸਤੇ ਜਿਹੜਾ 7 ਤਰੀਕ ਨੂੰ ਵੱਡੇ ਪੱਧਰ ਤੇ ਸੰਗਤ ਆ ਰਹੀ ਹੈ। ਔਰ ਮੈਂ ਬੇਨਤੀ ਵੀ ਕਰਨੀ ਚਾਹੁੰਦਾ ਹੱਥ ਜੋੜ ਕੇ ਤੁਹਾਡੇ ਮਾਧਿਅਮ ਦੇ ਰਾਹੀਂ, ਜਿੱਥੇ ਵੀ ਸਿੱਖ ਸੰਗਤ ਬੈਠੀ ਆ, ਨਾਨਕ ਨਾਮ ਲੇਵਾ ਸਿੱਖ ਸੰਗਤ ਬੈਠੀ ਆ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਆ, ਤੁਸੀਂ ਆਪੋ ਆਪਣੇ ਢੰਗ ਤਰੀਕੇ ਨਾਲ ਉਸ ਦਿਨ ਇੱਥੇ ਜਿਹੜਾ ਸੰਗਤ ਨੂੰ ਵੱਧ ਤੋਂ ਵੱਧ ਭੇਜੋ, ਔਰ ਆਪ ਵੀ ਆਓ ਜਿਹੜਾ ਗੁਰੂ ਦਾ ਦਰਦ ਰੱਖਦਾ, ਜਿਹਦੇ ਅੰਦਰ ਗੁਰੂ ਦੀ ਭਾਵਨਾ ਆ, ਦਰਦ ਆ, ਕਿ ਆਪਾਂ ਇਸ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਦਾ ਜਿਹੜਾ ਇਨਸਾਫ ਜਾਂ ਇਹਨਾਂ ਤੋਂ ਜਵਾਬ ਜਿਹੜਾ ਜ਼ਰੂਰ ਲੈਣਾ, ਉਹ ਉੱਥੇ ਜ਼ਰੂਰ ਪਹੁੰਚੇ। ਜਗਜੋਤ ਜੀ, ਅਗਰ ਗੱਲ ਕੀਤੀ ਜਾਵੇ ਕਿ 328 ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਕਹਿੰਦੀ ਸੀ ਕਿ ਅਸੀਂ ਪੁਲਿਸ ਕੋਲ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ, ਲੇਕਿਨ ਡਾਂਗ ਸੋਟਾ ਚੱਲਦਾ ਤੇ ਉੱਥੇ ਪੁਲਿਸ ਕੋਲ ਨੂੰ ਬੁਲਾ ਲਿੱਤਾ ਜਾਂਦਾ ਹੈ। ਕਿਆ ਲੱਗਦਾ ਨਹੀਂ ਦੋਹਰਾ ਚਿਹਰਾ ਸਾਹਮਣੇ ਆ ਰਿਹਾ ਇਹਨਾਂ ਦਾ? ਇੱਕ ਵਾਰ ਨਹੀਂ, ਅਨੇਕਾਂ ਵਾਰ ਹੀ ਇਹਨਾਂ ਨੇ ਦੋਹਰੇ ਚਿਹਰੇ ਕੀਤੇ। ਪਹਿਲੋਂ ਬਣਾਈ ਕਮੇਟੀ ਵੱਲੋਂ ਜਿਹੜੇ ਫੌਜਦਾਰੀ ਪਰਚੇ ਦਰਜ ਕਰ ਦਿੱਤੇ ਗਏ, ਫਿਰ ਉਸੇ ਹੀ ਕਮੇਟੀ ਨੇ ਫਿਰ ਵਾਪਸ ਕਿਹਾ ਕਿ ਅਸੀਂ ਉਹਨਾਂ ਤੇ ਹੁਣ ਫੌਜਦਾਰੀ ਦੇ ਪਰਚੇ ਨਹੀਂ ਦਰਜ ਕਰਾਉਣੇ। ਮੈਂ ਅੱਗੇ ਵੀ ਮੀਡੀਆ ਦੇ ਰਾਹੀਂ ਪੁੱਛਿਆ ਕਿ ਐਸਜੀਪੀਸੀ ਨੇ ਅਜੇ ਤੱਕ ਕਿਸੇ ਵੀ ਮੁਲਾਜ਼ਮ ਦੇ ਉੱਤੇ ਕੋਈ ਪਰਚਾ ਦਰਜ ਨਹੀਂ ਕਰਾਇਆ। ਅਨੇਕਾਂ ਬੰਦਿਆਂ ਦੇ ਉੱਤੇ ਕਾਰਵਾਈਆਂ ਹੋਈਆਂ, ਅਨੇਕਾਂ ਬੰਦਿਆਂ ਦੇ ਉੱਤੇ ਪਰਚੇ ਦਰਜ ਹੋਏ ਆ, ਪਰ ਜਦੋਂ ਸੂਈ ਆਪਣੇ ਘਰ ਵੱਲ ਜਾਂਦੀ ਆ, ਜਦੋਂ ਸੂਈ ਅਕਾਲੀ ਲੀਡਰਾਂ ਦੇ ਘਰ ਵੱਲ ਜਾਂਦੀ ਆ, ਜਦੋਂ ਸੂਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਐਗਜ਼ੈਕਟਿਵ ਜਾਂ ਮੈਂਬਰਾਂ ਵੱਲ ਜਾਂਦੀ ਆ, ਤਾਂ ਉਦੋਂ ਫਿਰ ਆਪਣੇ ਪੈਰਾਂ ਨੂੰ ਸੇਕ ਲੱਗਦਾ। ਉਹ ਸੇਕ ਕਰਕੇ ਜਿਹੜਾ ਆ ਉਹ ਇਹ ਸਾਰੀ ਡਿਊ ਟਰਨ ਲਿਆ ਜਾਂਦਾ ਆ। ਹੁਣ ਵੀ ਜਿਹੜੇ ਪਰਚੇ ਹੋਏ ਆ ਉੱਥੇ ਜੋ ਗੁੰਡਾਗਰਦੀ ਹੋਈ ਆ, ਇਹ ਬੜੀ ਨਿੰਦਣਯੋਗ ਆ। ਔਰ ਇਕੱਲਾ ਸਿੱਖਾਂ ਦੇ ਉੱਤੇ ਨਹੀਂ, ਸੰਗਤ ਦੇ ਉੱਤੇ ਨਹੀਂ, ਜਥੇਬੰਦੀਆਂ ਦੇ ਉੱਤੇ ਨਹੀਂ, ਮੀਡੀਆ ਕਰਮਚਾਰੀਆਂ ਦੇ ਉੱਤੇ ਵੀ ਉੱਥੇ ਲਾਠੀਚਾਰਜ ਕੀਤਾ, ਜਿਨ੍ਹਾਂ ਨੇ ਸੱਚਾਈ ਦਿਖਾਉਣੀ ਸੀ, ਜਿਨ੍ਹਾਂ ਦੇ ਕੈਮਰੇ ਦੇ ਵਿੱਚ ਇਹ ਸੱਚਾਈ ਬੰਦ ਹੋਈ ਸੀ ਕਿ ਪਹਿਲੋਂ ਵਾਰ ਕਿਹਨੇ ਕੀਤਾ, ਕਿਹਨੇ ਆ ਕੇ ਹੁੱਲੜਬਾਜੀ ਕੀਤੀ, ਕਿਹਨੇ ਡਾਂਗਾਂ ਚਲਾਈਆਂ, ਕਿਹਨੇ ਕਿਰਪਾਨਾਂ ਮਾਰੀਆਂ। ਉਹ ਕੈਮਰੇ ਵੀ ਖੋਹ ਲਏ ਗਏ, ਉਹ ਮਾਈਕ ਵੀ ਖੋਹ ਲਏ ਗਏ, ਉਹਨਾਂ ਬੰਦਿਆਂ ਦੀਆਂ ਪੱਗਾਂ ਵੀ ਤੇ ਜਿਹੜਾ ਉਹਨਾਂ ਦੀ ਬੇਅਦਬੀ ਕੀਤੀ ਗਈ, ਉਹਨਾਂ ਨੂੰ ਕੁੱਟਮਾਰ ਵੀ ਕੀਤੀ ਗਈ। ਸੋ ਬਹੁਤ ਨਿੰਦਣਯੋਗ ਆ। ਪਰ ਅੱਜ ਬੱਚਾ ਇਸ ਗੱਲ ਤੋਂ ਜਾਗਰੂਕ ਹੋ ਚੁੱਕਾ। 7 ਤਰੀਕ ਤੋਂ ਬਾਅਦ ਉੱਥੇ ਵੀ ਅਪੀਲ ਕਰਾਂਗੇ, ਅਗਲਾ ਐਕਸ਼ਨ ਜਿਹੜਾ ਉਹ ਸਿੰਘ ਸਾਹਿਬ ਜੀ ਤੁਹਾਨੂੰ ਉੱਥੇ ਦੇਣਗੇ। ਪਰ ਮੈਂ ਆਪਣੇ ਵੱਲੋਂ ਜਿਹੜੀ ਉਹ ਬੇਨਤੀ ਕਰਨੀ ਚਾਹੁੰਦਾ ਸਿੱਖ ਸੰਗਤ ਨੂੰ ਕਿ ਕਿਤੇ ਵੀ ਜਨਤਕ ਤੌਰ ਤੇ ਅਕਾਲੀ ਦਲ ਦੇ ਲੀਡਰ ਜਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ, ਇਹਨਾਂ ਨੂੰ ਸਟੇਜ ਤੇ ਬੋਲਣ ਨਾ ਦਿੱਤਾ ਜਾਵੇ, ਇਹਨਾਂ ਨੂੰ ਜਵਾਬ ਪੁੱਛਿਆ ਜਾਵੇ ਕਿ ਫਿਰ ਤੁਹਾਨੂੰ ਸਟੇਜ ਤੇ ਬੋਲਣ ਦਿੱਤਾ ਜਾਊਗਾ। ਪਹਿਲਾਂ ਇਹ ਦੱਸੋ ਪਾਵਨ ਸਰੂਪ ਕਿੱਥੇ, ਕਿਹਨੇ ਦਿੱਤੇ ਤੇ ਕਿਹਦੇ ਕਹਿਣ ਤੇ ਦਿੱਤੇ ਗਏ? ਸੀਸੀਟੀਵੀ ਫੁਟੇਜ ਕਿਆ ਲੱਗਦਾ ਹੈ ਕਿ ਜਨਤਕ ਕਰਨੀ ਚਾਹੀਦੀ, ਤਾਂ ਹੀ ਸੱਚਾਈ ਨਿਕਲ ਸਕਦੀ ਸਾਹਮਣੇ? ਬਿਲਕੁਲ, ਅਗਰ ਇਹ ਸੱਚੇ ਨੇ ਤਾਂ ਉਹ ਕੈਮਰੇ ਰਿਕਾਰਡਿੰਗ ਜਿਹੜੀ ਆ ਜਨਤਕ ਕਰਨ। ਆਪਣੇ ਪੱਖ ਦੀਆਂ ਗੱਲਾਂ ਤੇ ਜਨਤਕ ਕਰ ਦਿੱਤੀਆਂ। ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਦਿਮਾਗੀ ਸੰਤੁਲਨ ਵਿਗੜ ਕਰਕੇ ਉਹਦੇ ਕੋਲ ਮੈਡੀਕਲ ਰਿਪੋਰਟਾਂ ਹੈਗੀਆਂ ਕਿ ਉਹਦਾ ਹਰ ਜਦੋਂ ਵੀ ਵੈਦਰ ਚੇਂਜ ਹੁੰਦਾ, ਮੌਸਮ ਚੇਂਜ ਹੁੰਦਾ, ਤਾਂ ਉਹਦਾ ਦਿਮਾਗੀ ਸੰਤੁਲਨ ਜਿਹੜਾ ਆ ਉਹ ਵਿਗੜਦਾ ਆ। ਹੋ ਸਕਦਾ ਉਹਨੂੰ ਫਿਜ਼ੀਕਲੀ ਕੋਈ ਪ੍ਰੋਬਲਮ ਹੋਵੇ, ਮੈਂਟਲੀ ਕੋਈ ਪ੍ਰੋਬਲਮ ਹੋਵੇ। ਉਹਦੀਆਂ ਆਪਣੇ ਪੱਖ ਤੋਂ ਤੇ ਪੇਸ਼ ਕਰਤੀਆਂ, ਜਿਹੜੀਆਂ ਸੰਗਤ ਦੇ ਪੱਖ ਤੋਂ ਸੀ
ਸਾਰੀ ਟੋਟਲ ਤੁਸੀਂ ਜਿੰਨੀ ਤੁਹਾਡੀ ਰਿਕਾਰਡਿੰਗ 1 ਘੰਟੇ ਦੀ ਅੱਧੇ ਘੰਟੇ ਦੀ ਤੁਸੀਂ ਰਿਲੀਜ਼ ਕਰੋ, ਫਿਰ ਉਹਦੇ ਵਿੱਚੋਂ ਸੰਗਤ ਜਿਹੜੀ ਆ ਉਹ ਫੈਸਲਾ ਕਰੂਗੀ ਕੌਣ ਸੱਚਾ ਤੇ ਕੌਣ ਝੂਠਾ। ਕਿਆ ਲੱਗਦਾ ਨਹੀਂ ਕਿ 7 ਤਰੀਕ ਨੂੰ ਦੁਬਾਰਾ ਟਕਰਾਵ ਹੋ ਸਕਦਾ ਹੈ, ਕਿਉਂਕਿ ਕਿਹਾ ਤਾਂ ਇਹੀ ਜਾ ਰਿਹਾ ਕਿ ਕਿਸੇ ਨੂੰ ਵੀ ਪ੍ਰਦਰਸ਼ਨ ਨਹੀਂ ਕੀਤਾ ਜਾਏਗਾ, ਕੋਈ ਵੀ ਬੰਦਾ ਹਿਸਾਬ ਨਹੀਂ ਮੰਗ ਸਕਦਾ। ਦੇਖੋ ਅਸੀਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਵਾਰਸ ਬਣ ਕੇ ਉੱਥੇ ਨਿਮਰਤਾ ਦੇ ਨਾਲ, ਭਾਵਨਾ ਦੇ ਨਾਲ, ਜੋ ਸਿੱਖ ਭਾਵਨਾਵਾਂ ਦੇ ਹਿਰਦੇ ਜਿਹੜੇ ਵਲੁੰਦਰੇ ਗਏ ਆ ਉਹਨਾਂ ਦਾ ਜਵਾਬ ਲੈਣ ਵਾਸਤੇ, ਕਿਉਂਕਿ ਪੁਰਾਤਨ ਸਰੂਪ ਜਿਹੜੇ ਆ ਕੋਰਟ ਵੱਲੋਂ ਇਹ ਗੱਲ ਕਹੀ ਗਈ, ਹੋਮ ਮਿਨਿਸਟਰੀ ਵੱਲੋਂ ਇਹ ਕਹੀ ਗਈ ਆ ਕਿ ਇਹ ਰਿਸੀਵ ਕਰ ਲਏ ਗਏ ਆ, ਪਰ ਇੱਥੇ ਕੋਈ ਦੱਸ ਨਹੀਂ ਰਿਹਾ ਕਿੱਥੇ ਪਏ ਆ ਜਾਂ 328 ਸਰੂਪ ਕਿੱਥੇ। ਤੇ ਇਹਨਾਂ ਦਾ ਫਰਜ਼ ਬਣਦਾ ਹੈ, ਇਹ ਜ਼ਿੰਮੇਵਾਰ ਬੰਦੇ ਨੇ, ਇਹ ਜ਼ਿੰਮੇਵਾਰੀ ਵਾਲੇ ਪੋਸਟ ਦੇ ਉੱਤੇ ਬੈਠੇ ਨੇ, ਇਹ ਭਗੌੜੇ ਨਹੀਂ ਹੋ ਸਕਦੇ। ਜੇ ਇਹਨਾਂ ਕੋਲ ਜਵਾਬ ਨਹੀਂ ਹੈਗਾ ਜਾਂ ਇਹ ਮਜਬੂਰ ਹੈ ਜਵਾਬ ਆਪਣੀ ਜ਼ਬਾਨ ਨਹੀਂ ਖੋਲ੍ਹ ਸਕਦੇ ਤਾਂ ਫਿਰ ਇਹ ਅਸਤੀਫੇ ਦੇ ਕੇ ਸਾਈਡ ਤੇ ਹੋ ਜਾਣ, ਫਿਰ ਅਸੀਂ ਆਪੇ ਫੈਸਲਾ ਕਰ ਲਾਂਗੇ ਜਾਂ ਆਪੇ ਜਵਾਬ ਲੈ ਲਾਂਗੇ ਜਿਨ੍ਹਾਂ ਕੋਲ ਲੈਣਾ ਹੋਊਗਾ। ਸਾਰੇ ਘਟਨਾਕ੍ਰਮ ਤੇ ਜਿਹੜਾ ਆ ਜਥੇਦਾਰ ਸ਼੍ਰੀ ਅਕਾਲ ਤਖਤ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਉਂਦਾ। ਹਾਲਾਂਕਿ ਜੇ ਅਗਰ ਪੱਗ ਦੀ ਗੱਲ ਕੀਤੀ ਜਾਵੇ ਤੇ ਚਾਹੇ ਵਿਦੇਸ਼ ਉਛਲਦੀ ਹੈ ਤੇ ਚਾਹੇ ਪੰਜਾਬ 'ਚ ਉਛਲਦੀ ਹੈ, ਤੇ ਸਭ ਤੋਂ ਪਹਿਲਾਂ ਜਥੇਦਾਰ ਦਾ ਹੋਣਾ ਦਾ ਬਿਆਨ ਸਾਹਮਣੇ ਆਉਂਦਾ ਹੈ ਔਰ ਕਿਹਾ ਇਹੀ ਜਾਂਦਾ ਕਿ ਕਾਰਵਾਈ ਕੀਤੀ ਜਾਵੇ। ਕਿਆ ਲੱਗਦਾ ਹੈ ਕਿ ਮੂਰ ਦਰਸ਼ਕ ਬਣ ਕੇ ਸਿਰਫ ਉਹ ਦੇਖਿਆ ਜਾ ਰਿਹਾ ਸਾਰਾ ਕੁਝ, ਔਰ ਭਰਾ ਮਾਰੂ ਜੰਗ ਦੇ ਵਿੱਚ ਕੋਈ ਵੀ ਜਿਹੜਾ ਸਾਥ ਆ ਉਹ ਨਹੀਂ ਦਿੱਤਾ ਜਾ ਰਿਹਾ? ਦੇਖੋ ਬੜਾ ਹੀ ਸਤਿਕਾਰਯੋਗ ਉਹ ਤਖਤ ਆ ਸਿੱਖਾਂ ਦੇ ਲਈ, ਸੁਪਰੀਮ ਆ, ਉੱਥੋਂ ਆਇਆ ਫੈਸਲਾ ਸਿੱਖਾਂ ਦਾ, ਹਰ ਇੱਕ ਸਿੱਖ ਦਾ ਜਿਹੜਾ ਉੱਥੇ ਸਿਰ ਝੁਕਦਾ। ਪਰ ਅੱਜ ਇਹ ਗੱਲ ਮਹਿਸੂਸ ਹੁੰਦੀ ਹੈ ਔਰ ਦੁੱਖ ਨਾਲ ਕਹਿਣੀ ਪੈਂਦੀ ਆ ਕਿ ਉੱਥੇ ਸੱਚਾਈ ਦਾ ਸਾਥ ਨਹੀਂ ਦਿੱਤਾ ਜਾ ਰਿਹਾ। ਪਤਾ ਨਹੀਂ ਕੀ ਮਜਬੂਰੀਆਂ ਨੇ ਉਹਨਾਂ ਦੀਆਂ, ਚੁੱਪ ਕੀਤੇ ਨੇ। ਜੇ ਕਿਤੇ ਉਹ ਸੱਚਾਈ ਦਾ ਸਾਥ ਦੇ ਕੇ ਔਰ ਆਪਣੀ ਜ਼ਿੰਮੇਵਾਰੀ ਉਸ ਤਖਤ ਦੀ ਗਰੀਮਾ ਨੂੰ ਸਮਝਦੇ ਹੋਏ ਕਿ ਸਿੱਖਾਂ ਦਾ ਹਰ ਇੱਕ ਫੈਸਲਾ ਵੱਡਾ ਤੇ ਛੋਟਾ ਜਿਹੜਾ ਇੱਥੋਂ ਸੱਚ ਦੇ ਇਨਸਾਫ ਦੇ ਰੂਪ ਦੇ ਵਿੱਚ ਨਿਕਲਦਾ ਆ, ਤਾਂ ਕੁਛ ਉਹਦਾ ਹੱਲ ਕੀਤਾ ਹੁੰਦਾ, ਦੋਸ਼ੀਆਂ ਨੂੰ ਸਜ਼ਾ ਦਿੱਤੀ ਹੁੰਦੀ, ਚਾਹੇ ਉਹ ਕਿੱਡੀ ਵੀ ਵੱਡੀ ਪਾਵਰ ਹੁੰਦੀ, ਕਿਉਂਕਿ ਅਕਾਲ ਤਖਤ ਸਾਹਿਬ ਤੋਂ ਵੱਡੀ ਕੋਈ ਪਾਵਰ ਨਹੀਂ, ਕਿੱਡੀ ਵੀ ਵੱਡੀ ਹਸਤੀ ਹੁੰਦੀ, ਤਾਂ ਉੱਥੋਂ ਜੇ ਇਨਸਾਫ ਮਿਲਿਆ ਹੁੰਦਾ ਤਾਂ ਕਿਸੇ ਵੀ ਸਿੱਖ ਨੂੰ ਅੱਜ ਉੱਥੇ ਪੱਗਾਂ ਨਹੀਂ ਸੀ ਉਛਾਲਣੀਆਂ। ਇਹ ਜਿਹੜਾ ਘਟਨਾਕ੍ਰਮ 24 ਦੀ ਵਾਪਰੀ ਆ, ਇਹ ਨਾ ਉੱਥੇ ਵਾਪਰਦੀ, ਕੋਈ ਵੀ ਉੱਥੇ ਧਰਨਾ ਲਾਉਣ ਨਾ ਜਾਂਦਾ ਜੇ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਫੈਸਲਾ ਸਹੀ ਲਿਆ ਗਿਆ ਹੁੰਦਾ। ਕਮੇਟੀ ਬਣਾਤੀ, ਕਮੇਟੀ ਨੇ ਗਾੜੀ ਫਿਰ ਜਿਹੜਾ ਆ ਉਹ 328 ਸਰੂਪਾਂ ਦੀ ਰਿਪੋਰਟ ਦਿੱਤੀ, ਤੇ ਰਿਪੋਰਟ ਤੋਂ ਬਾਅਦ SGPC ਨੇ ਪਹਿਲੋਂ ਸਜ਼ਾ ਦਿੱਤੀ ਤੇ ਫਿਰ ਯੂ ਟਰਨ ਲਿਆ, ਤੇ ਜਥੇਦਾਰ ਸਾਹਿਬ ਚੁੱਪ ਨੇ। ਕੀ ਕਾਰਨ? ਜੇ ਉਹਨਾਂ ਦੀਆਂ ਕੋਈ ਮਜਬੂਰੀਆਂ ਤੇ ਉਹ ਸੰਗਤ ਗਾੜੀ ਜਿਹੜਾ ਹੱਥ ਜੋੜ ਦੇਣ ਕਿ ਮੇਰੇ ਕੋਲ ਇਹ ਸੇਵਾ ਜਿਹੜੀ ਆ ਨਹੀਂ ਨਿਭਾਈ ਜਾ ਰਹੀ, ਮੇਰੀਆਂ ਲੱਤਾਂ ਤੇ ਬਾਹਾਂ ਨੂੰ ਜਿਹੜੀਆਂ ਉਹ ਜੰਜੀਰਾਂ ਪਈਆਂ ਨੇ, ਇਸ ਕਰਕੇ ਮੇਰੀਆਂ ਕੋਈ ਆਪਣੀਆਂ ਪਰਸਨਲ ਮਜਬੂਰੀਆਂ ਹੋ ਸਕਦੀਆਂ, ਪਰ ਚੁੱਪ ਰਹਿ ਕੇ, ਏਡੇ ਵੱਡੇ ਸਥਾਨ ਤੋਂ ਚੁੱਪ ਰਹਿ ਕੇ, ਸਿੱਖਾਂ ਦੀ ਸੁਪਰੀਮ ਪਾਵਰ ਤੋਂ ਚੁੱਪ ਰਹਿ ਕੇ ਭਰਾ ਮਾਰੂ ਜੰਗ ਜਿਹੜੀ ਉਹ ਨਾ ਕਰਾਈ ਜਾਵੇ। ਇਹ ਸਾਡੀ ਸਨਿਮਰ ਬੇਨਤੀ ਹੱਥ ਜੋੜ ਕੇ। ਕੁਐਸਚਨ ਹੈ ਮੇਰਾ ਜੀ ਫਿਰ ਉੱਥੇ ਕਿ ਜੇਕਰ 7 ਤਰੀਕ ਨੂੰ ਤੁਸੀਂ ਹਿਸਾਬ ਮੰਗਣ ਜਾਂਦੇ ਕਿਤੇ ਕਲੈਸ਼ ਨਾ ਹੋ ਜਾਵੇ, ਉਸ ਲਈ ਕੋਈ ਕਿਸ ਤਰ੍ਹਾਂ ਤੁਸੀਂ ਪ੍ਰਬੰਧ ਕੀਤੇ ਗਏ ਨੇ? ਦੇਖੋ ਅਸੀਂ ਨਿਮਾਣੇ ਸਿੱਖ ਹੋ ਕੇ ਆਪਣੇ ਦਿਲ ਦੀਆਂ ਭਾਵਨਾਵਾਂ ਲੈ ਕੇ ਆਪਣੇ ਹਿਰਦਿਆਂ ਨੂੰ ਸ਼ਾਂਤ ਕਰਨ ਵਾਸਤੇ ਇਹਨਾਂ ਕੋਲ ਜਵਾਬ ਲੈਣ ਚੱਲੇ ਆ। ਅਗਰ ਇਹਨਾਂ ਨੇ ਸਾਡੇ ਤੇ ਡਾਂਗਾ ਵਰਾਉਣੀਆਂ, ਕਿਰਪਾਨਾਂ ਵਹਾਉਣੀਆਂ, ਅਗਰ ਇਹ ਸਾਡੇ ਖੂਨ ਦੇ ਪਿਆਸੇ ਨੇ, ਸਿੱਖਾਂ ਦੇ ਖੂਨ ਦੇ ਪਿਆਸੇ ਨੇ, ਚਾਹੇ ਉਹ ਬਾਦਲ, ਚਾਹੇ ਲੌਂਗੋਵਾਲ, ਚਾਹੇ ਕੋਈ ਹੋਰ ਹਸਤੀ ਜਿਹੜੀ ਆ ਉਹ ਸਿੱਖਾਂ ਦੇ ਖੂਨ ਦੀ ਪਿਆਸੀ ਆ, ਤਾਂ ਫਿਰ ਸਿੱਖ ਜਿਹੜੇ ਆ ਉਹ ਆਪਣੀਆਂ ਕੁਰਬਾਨੀਆਂ ਦੇ ਕੇ, ਖੂਨ ਵਹਾ ਕੇ ਜਿਹੜਾ ਆ ਉਹ ਇਨਸਾਫ ਲੈਣਾ ਜਾਣਦੇ ਆ। ਚਾਹੇ ਉਹ ਮੁਗਲਾਂ ਦੇ ਟਾਈਮ ਤੇ ਵੇਖ ਲਓ, ਚਾਹੇ ਉਹ ਗੁਰਦੁਆਰਾ ਸਾਹਿਬ ਜਦੋਂ ਆਜ਼ਾਦ ਕਰਾਏ ਉਦੋਂ ਦੇਖ ਲਓ ਸ਼੍ਰੋਮਣੀ ਕਮੇਟੀ ਬਣੀ, ਨਨਕਾਣਾ ਸਾਹਿਬ ਦਾ ਸਾਕਾ ਵੇਖ ਲਓ, ਨਰੈਣੂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਏ, ਜਦੋਂ ਦਾ ਮਰਜ਼ੀ ਇਤਿਹਾਸ ਖੋਲ੍ਹ ਕੇ ਵੇਖ ਲਓ। ਫਿਰ ਜਦੋਂ ਜੇ ਇਹ ਨਰੈਣੂ ਮਹੰਤ ਮਸੰਦਾਂ ਦੀ ਔਲਾਦ ਬਣ ਗਏ ਤੇ ਫਿਰ ਲਛਮਣ ਸਿੰਘ ਧਾਰੋਵਾਲੀ ਦੀ ਜਿਹੜੀ ਵਾਰਸ ਬਣਦਾ ਸਿੱਖਾਂ ਨੂੰ ਵੀ ਸੁਭਾ ਗਿਆ, ਔਰ ਸਿੱਖ ਵੀ ਫਿਰ ਲਛਮਣ ਸਿੰਘ ਧਾਰੋਵਾਲੀ ਵਾਲਾ ਕਿਰਦਾਰ ਨਿਭਾ ਕੇ ਉੱਥੇ ਜਿਹੜਾ ਆ ਉਹ ਇਨਸਾਫ ਜਾਂ ਇਸ ਮਿਸ਼ਨ ਨੂੰ ਸਫਲ ਕਰਨਗੇ ਔਰ ਸੰਗਤ ਤੱਕ ਜਿਹੜੀ ਇਹ ਆਵਾਜ਼ ਲੈ ਕੇ ਜਾਵਾਂਗੇ। ਸੋ ਇਹ ਸਨ ਜਗਜੋਤ ਸਿੰਘ ਜੀ ਖਾਲਸਾ, ਜਿਨ੍ਹਾਂ ਵੱਲੋਂ ਕਿਹਾ ਗਿਆ ਕਿ 7 ਤਰੀਕ ਨੂੰ ਇਨਸਾਫ ਲੈਣ ਵਾਸਤੇ ਉਹ ਜ਼ਰੂਰ ਜਾਣਗੇ। ਲਗਾਤਾਰ ਹੀ 328 ਸਰੂਪਾਂ ਦੇ ਮਾਮਲੇ ਵਿੱਚ ਜਿਹੜਾ ਆ ਉਹ ਸ਼੍ਰੋਮਣੀ ਕਮੇਟੀ ਚਾਰੇ ਪਾਸੇ ਘਿਰਦੀ ਹੋਈ ਨਜ਼ਰ ਆ ਰਹੀ, ਕਿਉਂਕਿ CCTV ਫੁਟੇਜ ਜਿਹੜੀ ਆ ਉਸ ਦਿਨ ਕਲੈਸ਼ ਹੋਇਆ ਸੀਗਾ ਉਹਦੀ ਵੀ ਸਾਹਮਣੇ ਨਹੀਂ ਆ ਪਾ ਰਹੀ। ਲੇਕਿਨ ਜਥੇਦਾਰ ਅਕਾਲ ਤਖਤ ਹੋਣਾ ਵੱਲੋਂ ਵੀ ਕੋਈ ਵੀ ਬਿਆਨ ਨਾ ਆਉਣ ਕਰਕੇ ਕਾਫੀ ਸਿੱਖ ਸੰਗਤਾਂ ਵਿੱਚ ਜਿਹੜਾ ਆ ਰੋਸ਼ ਵੀ ਪਾਇਆ ਜਾ ਰਿਹਾ ਔਰ ਕਿਹਾ ਜਾ ਰਿਹਾ ਕਿ ਜਿੰਨੀ ਦੇਰ ਤੱਕ 328 ਸਰੂਪਾਂ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਕੋਈ ਨਹੀਂ ਪੁਖਤਾ ਜਾਣਕਾਰੀ ਨਹੀਂ ਦਿੱਤੀ ਜਾਂਦੀ, ਉਨੀ ਦੇਰ ਤੱਕ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਜਿਹੜੇ ਨੇ ਉਹ ਜਾਰੀ ਰਹਿਣਗੇ। ਔਰ ਜੋ ਇਹਨਾਂ ਵੱਲੋਂ ਇਹੀ ਗੱਲ ਕਹੀ ਜਾ ਰਹੀ ਕਿ ਅਸੀਂ ਉਹ ਜਿੰਨੇ ਚਿਰ ਤੱਕ 328 ਸਰੂਪਾਂ ਦਾ ਹਿਸਾਬ ਨਹੀਂ ਲੈ ਲੈਂਦੇ ਤਦ ਤੱਕ ਇਸੇ ਤਰ੍ਹਾਂ ਹੀ ਸ਼੍ਰੋਮਣੀ ਕਮੇਟੀ ਕੋਲ ਹਿਸਾਬ ਮੰਗਿਆ ਜਾਵੇਗਾ। ਕੈਮਰਾਮੈਨ ਸਨੀ ਦੇ ਨਾਲ ਗੁਰਪ੍ਰੀਤ ਸਿੰਘ, ਰੋਜ਼ਾਨਾ ਲੋਕ ਨਵ TV, ਅੰਮ੍ਰਿਤਸਰ।